Welcome to class Math Introduction to Geometry. ਜਿਮਾਇਤੀ ਦੀ ਜਾਣ ਪਛਾਣ। ਬਿੰਦੂ ਫਸਟ ਜੋ ਮੂਲ ਇਕਾਈ ਹੁੰਦੀ ਹੈ ਜਿਮਾਇਤੀ ਦੀ, ਬੇਸਿਕ ਯੂਨਿਟ ਆਫ ਜਿਓਮੈਟਰੀ। ਇਸ ਦੀ ਕੋਈ ਲੰਬਾਈ ਜਾਂ ਚੌੜਾਈ ਨਹੀਂ ਹੁੰਦੀ। ਇਹ ਕਿਸੇ ਵਸਤੂ ਦੀ ਸਥਿਤੀ ਨੂੰ ਦਰਸਾਉਂਦਾ ਹੈ। ਪੋਜੀਸ਼ਨ ਆਫ ਐਨ ਆਬਜੈਕਟ, we represent it with the capital letter point M। ਵੱਡੇ ਅੱਖਰ ਨਾਲ ਲਿਖਾਂਗੇ ਇੰਗਲਿਸ਼ ਅਲਫਾਬੈਟ ਦੇ। ਜਿੱਦਾਂ ਕਿ ਇੱਕ ਤਾਰਾ ਆਸਮਾਨ ਦੇ ਵਿੱਚ ਇੱਕ ਬਿੰਦੂ ਦਾ ਸੰਕੇਤ ਦਿੰਦਾ ਹੈ। ਇਟ ਰਿਪਰੈਜ਼ੈਂਟ ਅ ਡਾਟ ਇਨ ਦ ਸਕਾਈ। ਫੋਰ ਐਗਜ਼ਾਮਪਲ, ਜਿੱਦਾਂ ਕਿ ਡਿਫਰੈਂਟ ਪਲੇਸਿਸ ਨੂੰ ਰਿਪਰੈਜ਼ੈਂਟ ਕਰਦੇ ਹੋਏ ਡਾਟਸ, ਬਿੰਦੂ ਵੱਖ ਵੱਖ ਥਾਵਾਂ ਦੀ ਸਥਿਤੀ ਨੂੰ ਦੱਸਦਾ ਹੋਇਆ। ਕਲੈਕਸ਼ਨ ਆਫ ਪੁਆਇੰਟਸ ਇਨ ਅ ਸਟ੍ਰੇਟ ਲਾਈਨ, ਜਦੋਂ ਆਪਾਂ ਬਿੰਦੂ ਲੈਂਦੇ ਹਾਂ ਸਿੱਧੇ ਰਸਤੇ 'ਤੇ ਜਾਂਦੇ ਨੇ, ਜੋ ਸਿੱਧਾ ਰਸਤਾ ਬਣਾ ਰਹੇ ਨੇ ਉਹ ਕੀ ਬਣਾਉਂਦੇ ਨੇ? ਕਿਰਨ, ਰੇ। ਇਸ ਦਾ ਇੱਕ ਆਰੰਭ ਬਿੰਦੂ ਹੁੰਦਾ, ਨਿਸ਼ਚਿਤ ਲੰਬਾਈ ਨਹੀਂ ਹੁੰਦੀ। ਇੱਕ ਸਾਈਡ 'ਤੇ ਆਪਾਂ ਇਹਨੂੰ ਜਿੰਨਾ ਮਰਜ਼ੀ ਐਕਸਟੈਂਡ ਕਰ ਸਕਦੇ ਹਾਂ। ਐਗਜ਼ਾਮਪਲ ਨਾਲ ਕਲੀਅਰ ਹੋਏਗਾ। ਜਿੱਦਾਂ ਕਿ ਇੱਕ ਹਾਲ ਦੇ ਵਿੱਚ ਲਾਈਟ ਆ ਰਹੀ ਹੈ ਤਾਂ ਆਪਾਂ ਨੂੰ ਪਤਾ ਹੈ ਜਿਹੜਾ ਲਾਈਟ ਦਾ ਸੋਰਸ ਹੈ ਉੱਥੋਂ ਕਿੱਥੋਂ ਤੱਕ ਜਾ ਰਹੀ ਹੈ ਲਾਈਟ, ਆਪਾਂ ਨੂੰ ਇਹ ਨਹੀਂ ਪਤਾ ਕਿ ਸਟਾਰਟਿੰਗ ਪੁਆਇੰਟ ਪਤਾ ਆਪਾਂ ਨੂੰ, ਬਟ ਐਂਡਿੰਗ ਪੁਆਇੰਟ ਨਹੀਂ ਪਤਾ। ਇਹ ਕੀ ਕਰ ਰਿਹਾ? ਰਿਪਰੈਜ਼ੈਂਟ ਰੇ ਨੂੰ। ਸੂਰਜ ਦੀਆਂ ਕਿਰਨਾਂ ਨੇ, ਧਰਤੀ 'ਤੇ ਪੈਂਦੀਆਂ ਨੇ, ਪਰ ਆਪਾਂ ਲੰਬਾਈ ਨਹੀਂ ਨਾਪ ਸਕਦੇ ਕਿੱਥੋਂ ਤੱਕ ਪਹੁੰਚਦੀਆਂ ਨੇ, ਪਰ ਆਪਾਂ ਨੂੰ ਪਤਾ ਸਟਾਰਟਿੰਗ ਪੁਆਇੰਟ ਸੂਰਜ ਹੈ। ਤਾਂ ਇਹ ਕੀ ਹੈ? ਕਿਰਨ। ਟਾਰਚ ਦੀ ਰੋਸ਼ਨੀ ਹੈ ਜੋ ਸਿਰਫ ਅੱਗੇ ਨੂੰ ਜਾ ਰਹੀ ਹੈ, ਪਿੱਛੇ ਨਹੀਂ ਜਾ ਰਹੀ ਹੈਗੀ। ਆਪਾਂ ਇਹਨੂੰ ਕਹਿੰਦੇ ਹਾਂ ਕਿਰਨ, ਰੇਜ਼। ਨੈਕਸਟ ਡੈਫੀਨੇਸ਼ਨ, ਰੇਖਾ, ਲਾਈਨ। ਲਾਈਨ ਕੀ ਹੁੰਦੀ ਹੈ ਆਪਣੇ ਕੋਲ? ਜਿਸ ਨੂੰ ਆਪਾਂ ਦੋਨੋਂ ਸਾਈਡਸ 'ਤੇ ਜਿੰਨਾ ਮਰਜ਼ੀ ਐਕਸਟੈਂਡ ਕਰ ਸਕਦੇ ਹਾਂ, ਜਿੰਨਾ ਮਰਜ਼ੀ ਵਧਾ ਸਕਦੇ ਹਾਂ। ਇਸ ਦੀ ਨਿਸ਼ਚਿਤ ਲੰਬਾਈ ਨਹੀਂ ਹੁੰਦੀ, ਕੋਈ ਵੀ ਪਰਟੀਕੂਲਰ ਲੈਂਥ ਨਹੀਂ ਹੁੰਦੀ। ਇਹਨੂੰ ਆਪਾਂ ਮਿਣ ਨਹੀਂ ਸਕਦੇ ਔਰ ਇਹਨੂੰ ਆਪਾਂ ਲਾਈਨ ਦੇ ਦੋਨੋਂ ਸਾਈਡਸ 'ਤੇ ਐਰੋ ਪਾਉਂਦੇ ਹਾਂ। ਜਿੱਦਾਂ ਇਕੁਏਟਰ ਲਾਈਨ ਹੁੰਦੀ ਹੈ ਜਿਹਦੀ ਲੈਂਥ ਮੈਜ਼ਰ ਨਹੀਂ ਕਰ ਸਕਦੇ ਆਪਾਂ। ਨੈਕਸਟ ਐਗਜ਼ਾਮਪਲ, ਯੂ ਕੈਨ ਸੀ ਰੇਲਵੇ ਲਾਈਨਸ ਨੇ, ਆਪਾਂ ਇਹਨਾਂ ਦੀ ਲੈਂਥ ਈਜ਼ੀਲੀ ਮੈਜ਼ਰ ਨਹੀਂ ਕਰ ਸਕਦੇ। ਦੋਨੋਂ ਸਾਈਡ 'ਤੇ ਐਕਸਟੈਂਡ ਹੋ ਰਹੇ ਨੇ ਇਨਫਾਈਨਾਈਟ, ਜਿੰਨਾ ਮਰਜ਼ੀ ਐਕਸਟੈਂਡ ਕਰ ਲਓ। ਨੈਕਸਟ ਡੈਫੀਨੇਸ਼ਨ ਹੈਗੀ ਆ ਰੇਖਾ ਖੰਡ, ਲਾਈਨ ਸੈਗਮੈਂਟ। ਲਾਈਨ ਸੈਗਮੈਂਟ ਉਹ ਲਾਈਨ ਹੁੰਦੀ ਹੈ ਜਿਸ ਦਾ ਇੱਕ ਅੰਤ ਬਿੰਦੂ ਹੁੰਦਾ, ਇੱਕ ਆਰੰਭ ਬਿੰਦੂ ਹੁੰਦਾ ਅਤੇ ਇਸ ਦੀ ਨਿਸ਼ਚਿਤ ਲੰਬਾਈ ਹੁੰਦੀ ਹੈ ਜਿਹਦੀ ਲੰਬਾਈ ਨੂੰ ਆਪਾਂ ਮਿਣ ਸਕਦੇ ਹਾਂ। ਆਪਣੇ ਕੋਲ ਟੂਲਸ ਹੁੰਦੇ ਨੇ ਸਕੇਲ ਵਗੈਰਾ ਨਾਲ, ਠੀਕ ਹੈ, ਆਪਾਂ ਉਹਦੇ ਨਾਲ ਮਿਣ ਸਕਦੇ ਹਾਂ ਔਰ ਇਹਦੇ AB ਕੈਪੀਟਲ ਦੇ ਉੱਪਰ ਬਾਰ ਨਾਲ ਰਿਪਰੈਜ਼ੈਂਟ ਕਰਦੇ ਹਾਂ। ਜਿੱਦਾਂ ਕਿ ਇੱਕ ਵਿੰਡੋ ਹੈ, ਇਹਦੀਆਂ ਆਪਾਂ ਸਾਈਡਸ ਨੂੰ ਮੈਜ਼ਰ ਕਰਨਾ ਹੋਵੇ ਤਾਂ ਆਪਾਂ ਟੂਲ ਦੇ ਨਾਲ ਈਜ਼ੀਲੀ ਮੈਜ਼ਰ ਕਰ ਸਕਦੇ ਹਾਂ ਕਿ ਇਹਨਾਂ ਦੀ ਲੰਬਾਈ ਕਿੰਨੀ ਹੈ, ਚੌੜਾਈ ਕਿੰਨੀ ਹੈ। ਤਾਂ ਇਹ ਲਾਈਨ ਸੈਗਮੈਂਟਸ ਦੀ ਵਿੰਡੋ ਬਣੀ ਹੋਈ ਹੈ। ਤਾਂ ਨੈਕਸਟ ਆਪਣੇ ਕੋਲ ਜਿੱਦਾਂ ਸਕੇਲ ਹੁੰਦਾ, ਆਪਾਂ ਨੂੰ ਪਤਾ ਛੋਟੇ ਸਕੇਲ ਦੀ ਲੈਂਥ 15 ਸੈਂਟੀਮੀਟਰ ਹੁੰਦੀ ਹੈ, ਵੱਡੇ ਦੀ ਲੈਂਥ ਆਪਣੇ ਕੋਲ 30 ਸੈਂਟੀਮੀਟਰ ਹੁੰਦੀ ਹੈ, 30 ਸੈਂਟੀਮੀਟਰ। ਤਾਂ ਆਪਾਂ ਐਡਜਸ ਨੂੰ ਰੇਖਾ ਖੰਡ ਨਾਲ ਰਿਪਰੈਜ਼ੈਂਟ ਕਰਦੇ ਹਾਂ। ਨੈਕਸਟ ਆਪਣੇ ਕੋਲ ਦੇਖੋ, ਆਪਾਂ ਰਿਵਾਈਜ਼ ਕਰਦੇ ਹਾਂ। ਬਿੰਦੂ, ਕੋਈ ਲੰਬਾਈ ਚੌੜਾਈ ਨਹੀਂ ਹੁੰਦੀ। ਕਿਰਨ, ਇੱਕ ਸਾਈਡ 'ਤੇ ਐਕਸਟੈਂਡ ਕਰ ਸਕਦੇ ਹਾਂ। ਰੇਖਾ, ਦੋਨੋਂ ਸਾਈਡ 'ਤੇ ਐਕਸਟੈਂਡ ਕਰ ਸਕਦੇ ਹਾਂ। ਰੇਖਾ ਖੰਡ, ਨਿਸ਼ਚਿਤ ਲੰਬਾਈ ਹੁੰਦੀ ਹੈ। ਤਾਂ ਇਹ ਆਪਾਂ ਨੇ 4 ਡੈਫੀਨੇਸ਼ਨਸ ਕੀਤੀਆਂ ਜਿਮਾਇਤੀ ਦੀਆਂ। ਨੈਕਸਟ ਡੈਫੀਨੇਸ਼ਨ ਦੇਖਾਂਗੇ ਆਪਾਂ ਕਾਟਵੀਆਂ ਰੇਖਾਵਾਂ, ਜਿਸ ਨੂੰ ਤੁਸੀਂ ਕਹਿ ਸਕਦੇ ਹੋ ਇੰਟਰਸੈਕਟਿੰਗ ਲਾਈਨਸ। ਇੰਟਰਸੈਕਟਿੰਗ ਲਾਈਨਸ ਦੀ ਡੈਫੀਨੇਸ਼ਨ ਦੇਖੋ, ਜਿਨ੍ਹਾਂ ਦੋ ਜਾਂ ਦੋ ਤੋਂ ਵੱਧ ਰੇਖਾਵਾਂ ਦਾ ਇੱਕ ਸਾਂਝਾ ਕਾਟ ਬਿੰਦੂ ਹੁੰਦਾ ਹੈ, ਇੰਟਰਸੈਕਟਿੰਗ ਪੁਆਇੰਟ, ਉਹਨੂੰ ਆਪਾਂ ਕਹਿੰਦੇ ਹਾਂ ਕਾਟਵੀਆਂ ਰੇਖਾਵਾਂ। ਇੰਟਰਸੈਕਟਿੰਗ ਲਾਈਨ ਜਿੱਥੇ ਕੱਟਦੀਆਂ ਨੇ ਉਹਨੂੰ ਆਪਾਂ ਕਹਿੰਦੇ ਹਾਂ ਪੁਆਇੰਟ ਆਫ ਇੰਟਰਸੈਕਸ਼ਨ। ਔਰ ਇੱਕ ਪੁਆਇੰਟ ਦੇ ਵਿੱਚੋਂ ਇਨਫਾਈਨਾਈਟਲੀ ਮੈਨੀ ਲਾਈਨਸ ਕੈਨ ਪਾਸ, ਕਿ ਇੱਕ ਪੁਆਇੰਟ ਵਿੱਚੋਂ ਅਨੰਤ ਰੇਖਾਵਾਂ ਲੰਘ ਸਕਦੀਆਂ ਨੇ। ਇਹਦੀ ਐਗਜ਼ਾਮਪਲ ਨਾਲ ਕਲੀਅਰ ਹੋ ਜਾਏਗਾ ਤੁਹਾਨੂੰ ਕਿੱਥੇ ਯੂਜ਼ ਹੁੰਦਾ। ਜਿੱਦਾਂ ਕਿ ਜਿੱਥੇ ਰੇਲਵੇ ਲਾਈਨਸ ਕ੍ਰੋਸ ਕਰਦੀਆਂ ਨੇ ਉੱਥੇ ਆਪਣੇ ਕੋਲ ਇੰਟਰਸੈਕਟਿੰਗ ਲਾਈਨਸ ਮਿਲਦੀਆਂ ਨੇ, ਆਪਾਂ ਨੂੰ ਇੰਟਰਸੈਕਟ ਕਰ ਰਹੀਆਂ ਨੇ। ਨੈਕਸਟ ਐਗਜ਼ਾਮਪਲ ਦੇਖੋ, ਤੁਹਾਡੀ ਜਿਹੜੀ ਵਿੰਡ ਮਿਲ ਹੁੰਦੀ ਹੈ, ਜੋ ਸਾਇੰਸ ਪ੍ਰੋਜੈਕਟ ਵਗੈਰਾ ਬਣਾਉਂਦੇ ਹੋ ਤੁਸੀਂ, ਉਹਦੇ ਵਿੱਚ ਵਿੰਡ ਮਿਲ ਬਣਾਉਂਦੇ ਹੋ, ਉਹਦੇ ਵਿੱਚ ਤੁਹਾਡੇ ਕੋਲ ਕ੍ਰੋਸ ਲਾਈਨਸ ਹੁੰਦੀਆਂ ਨੇ। ਦੇ ਆਲਸੋ ਰਿਪਰੈਜ਼ੈਂਟ ਇੰਟਰਸੈਕਟਿੰਗ ਲਾਈਨਸ।
ਨੈਕਸਟ ਐਗਜ਼ਾਮਪਲ ਦੇਖੋ, ਸੀਜ਼ਰ ਦੇ ਦੋਨੋਂ ਬਲੇਡਸ ਜਿਹੜੇ ਨੇ ਉਹ ਆਪਣੇ ਕੋਲ ਹੈਂਡਲਸ ਤੇ ਬਲੇਡਸ ਜੋ ਰਿਪਰੈਜ਼ੈਂਟ ਕਰਦੇ ਨੇ ਇੰਟਰਸੈਕਟਿੰਗ ਲਾਈਨਸ ਨੂੰ ਰਿਪਰੈਜ਼ੈਂਟ ਕਰ ਰਹੇ ਨੇ। ਨੈਕਸਟ ਡੈਫੀਨੇਸ਼ਨ ਆਪਣੇ ਕੋਲ ਆਉਂਦੀ ਹੈ ਸਮਾਂਤਰ ਰੇਖਾਵਾਂ, ਪੈਰਲਲ ਲਾਈਨਸ। ਪੈਰਲਲ ਲਾਈਨਸ ਉਹ ਲਾਈਨਸ ਹੁੰਦੀਆਂ ਨੇ ਜਿਨ੍ਹਾਂ ਦੇ ਵਿਚਕਾਰ ਦੂਰੀ ਹਮੇਸ਼ਾ ਸਮਾਨ ਰਹਿੰਦੀ ਹੈ। ਜਿੰਨਾ ਮਰਜ਼ੀ ਐਕਸਟੈਂਡ ਕਰੋ, ਉਹਨਾਂ ਦੇ ਜੋ ਵਿਚਕਾਰ ਦੂਰੀ ਹੈ ਉਹ ਇੱਕੋ ਜਿਹੀ ਰਹੇਗੀ। ਜਿਵੇਂ ਰੇਲਵੇ ਲਾਈਨਸ ਨੇ, ਉਹਨਾਂ ਦੀ ਦੂਰੀ ਹਮੇਸ਼ਾ ਇੱਕੋ ਜਿਹੀ ਰਹਿੰਦੀ ਹੈ ਜੋ ਉਹਨਾਂ ਦੀ ਵਿਚਕਾਰਲੀ ਦੂਰੀ ਹੁੰਦੀ ਹੈ। L ਪੈਰਲਲ M11 ਦਾ ਸਾਈਨ ਹੁੰਦਾ। ਪੈਰਲਲ ਲਾਈਨਸ ਜਿੱਦਾਂ ਪਿਆਨੋ ਦੀਆਂ ਕਾਰਡਸ ਨੇ, ਪੈਰਲਲ ਲਾਈਨਸ ਨੂੰ ਰਿਪਰੈਜ਼ੈਂਟ ਕਰ ਰਹੀਆਂ ਨੇ। ਫਿਊ ਪਿਕਚਰਸ ਤੁਹਾਡੇ ਕੋਲ ਦਿੱਤੀਆਂ ਹੋਈਆਂ ਨੇ, ਇਹ ਸਾਰੀਆਂ ਤੁਹਾਡੇ ਕੋਲ ਕੀ ਰਿਪਰੈਜ਼ੈਂਟ ਕਰਦੀਆਂ ਨੇ? ਸਮਾਂਤਰ ਰੇਖਾਵਾਂ, ਕਿ ਇਹਨਾਂ ਦੀ ਜਿਹੜੀ ਵਿਚਕਾਰਲੀ ਦੂਰੀ ਹੈ ਉਹ ਸਮਾਨ ਹੈ ਐਕਸਟੈਂਡ ਕਰਨ 'ਤੇ ਵੀ। ਨੈਕਸਟ ਆਪਣੇ ਕੋਲ ਹੁੰਦੀਆਂ ਨੇ ਪਰਪੈਂਡੀਕੂਲਰ ਲਾਈਨਸ, ਲੰਬ ਰੇਖਾਵਾਂ। ਲੰਬ ਰੇਖਾਵਾਂ ਕੀ ਹੁੰਦੀਆਂ ਨੇ? ਜਦੋਂ ਦੋ ਰੇਖਾਵਾਂ ਇੱਕ ਦੂਜੇ ਨੂੰ ਸਮਕੋਣ 'ਤੇ, ਸਮਕੋਣ ਮੀਨਸ 90 ਡਿਗਰੀ, 90 ਡਿਗਰੀ ਦੇ ਐਂਗਲ 'ਤੇ ਕੱਟਦੀਆਂ ਨੇ ਤਾਂ ਉਹਨਾਂ ਨੂੰ ਅਸੀਂ ਲੰਬ ਰੇਖਾਵਾਂ ਪਰਪੈਂਡੀਕੂਲਰ ਲਾਈਨਸ ਕਹਿੰਦੇ ਹਾਂ। ਇਹਨਾਂ ਦਾ ਸਿੰਬਲ ਹੁੰਦਾ ਆਪਣੇ ਕੋਲ ਆਪੋਜ਼ਿਟ ਟੀ। L ਪਰਪੈਂਡੀਕੂਲਰ M ਦੇ ਨਾਲ ਆਪਾਂ ਇਹਨੂੰ ਰਿਪਰੈਜ਼ੈਂਟ ਕਰਦੇ ਹਾਂ। ਐਗਜ਼ਾਮਪਲ ਦੇਖਾਂਗੇ, ਟਾਈਸ ਦੇ ਉੱਪਰ ਆਪਣੇ ਕੋਲ ਪੈਟਰਨ ਬਣਿਆ ਹੋਇਆ, ਪਰਪੈਂਡੀਕੂਲਰ ਲਾਈਨਸ ਨੂੰ ਆਪਣੇ ਕੋਲ ਰਿਪਰੈਜ਼ੈਂਟ ਕਰ ਰਿਹਾ। ਈਚ ਬਾਕਸ ਕੰਸਿਸਟ ਆਫ ਸਕੁਅਰ ਐਂਡ ਵੀ ਨੋ ਐਂਗਲ 90 ਡਿਗਰੀ ਬਣ ਰਿਹਾ। ਰੈਕਟ ਦੇ ਉੱਪਰ ਤੁਹਾਡੇ ਕੋਲ ਪੈਟਰਨ ਬਣਿਆ ਹੋਇਆ, ਦੈਟ ਆਲਸੋ ਰਿਪਰੈਜ਼ੈਂਟਸ ਪਰਪੈਂਡੀਕੂਲਰ ਲਾਈਨਸ। ਪੁਆਇੰਟ ਡਾਟ ਨਾਲ ਰਿਪਰੈਜ਼ੈਂਟ ਕਰਦੇ ਹਾਂ, ਕੋਈ ਲੈਂਥ ਜਾਂ ਬੈਡਥ ਨਹੀਂ ਹੁੰਦੀ। ਲਾਈਨ ਦੋਨੋਂ ਸਾਈਡ 'ਤੇ ਐਕਸਟੈਂਡ ਕਰ ਸਕਦੇ ਹਾਂ। ਲਾਈਨ ਸੈਗਮੈਂਟ ਪਰਟੀਕੂਲਰ ਲੈਂਥ ਹੁੰਦੀ ਹੈ, ਈਜ਼ੀਲੀ ਮੈਜ਼ਰ ਕਰ ਸਕਦੇ ਹਾਂ। ਰੇ ਇੱਕ ਸਟਾਰਟਿੰਗ ਪੁਆਇੰਟ ਹੁੰਦਾ ਬਟ ਐਂਡਿੰਗ ਪੁਆਇੰਟ ਨਹੀਂ ਹੁੰਦਾ। ਨੈਕਸਟ ਆਪਾਂ ਦੇਖਿਆ ਇੰਟਰਸੈਕਟਿੰਗ ਲਾਈਨਸ, ਇੱਕ ਪੁਆਇੰਟ ਆਫ ਇੰਟਰਸੈਕਸ਼ਨ ਹੁੰਦਾ, ਇੱਕ ਪੁਆਇੰਟ 'ਤੇ ਕੱਟ ਕਰਦੀਆਂ ਨੇ ਦੋ ਜਾਂ ਦੋ ਤੋਂ ਵੱਧ ਲਾਈਨਸ। PQ ਪਰਪੈਂਡੀਕੂਲਰ AC ਮੀਨਸ ਆਪਣੇ ਕੋਲ ਪਰਪੈਂਡੀਕੂਲਰ ਲਾਈਨਸ ਦਾ ਸਿੰਬਲ। ਨੈਕਸਟ ਪੈਰਲਲ ਲਾਈਨਸ ਜਿਨ੍ਹਾਂ ਦਾ ਡਿਸਟੈਂਸ ਹਮੇਸ਼ਾ ਸੇਮ ਹੁੰਦਾ। ਸੋ ਦਿਸ ਇਜ਼ ਆਲ ਅਬਾਊਟ ਇੰਟਰੋਡਕਸ਼ਨ ਟੂ ਜਿਓਮੈਟਰੀ। ਹੋਪ ਇੰਜੋਏ ਕੀਤਾ ਹੋਊਗਾ ਤੁਸੀਂ ਲੈਸਨ। ਹੈਪੀ ਲਰਨਿੰਗ। ਥੈਂਕਸ ਫॉर ਵਾਚਿੰਗ।